ਬਾਣੀ ਦੁਆਰਾ ਸਮਝਾ ਰਹੇ ਹਨ। ਤਿਸ ਕੀ ਸਰਨ ਨਾਹੀ ਪਉ ਸੋਗ। ਹੈ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੀ ਸਰਨ ਵਿੱਚ ਪੈਣ ਕਰਕੇ ਡਰ ਅਤੇ ਵਿਛੋੜੇ ਕਰਕੇ ਗਮ ਫਿਕਰ ਨਹੀਂ ਚਿੰਬੜਦੇ, ਭਾਵ ਨਾਸ ਹੋ ਜਾਂਦੇ ਹਨ। ਉਸ ਤੇ ਬਾਹਰ ਕਛੂ ਨਾ ਹੋਗ। ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਵੱਖਰਾ ਕਿਸੇ ਕੋਲੋਂ ਕੁਝ ਵੀ ਨਹੀਂ ਹੋ ਸਕਦਾ। ਜੋ ਕਰਨ ਵਾਲਾ ਹੈ ਉਹ ਪਰਮੇਸ਼ਰ ਹੈ। ਪਰਮੇਸ਼ਰ ਦੇ ਹੁਕਮ ਤੋਂ ਬਾਹਰ, ਪਰਮੇਸ਼ਰ ਦੇ ਹੁਕਮ ਤੋਂ ਵੱਖਰਾ ਕਿਸੇ ਕੋਲੋਂ ਕੁਝ ਵੀ ਨਹੀਂ ਹੋ ਸਕਦਾ। ਕੋਈ ਕਿਤਨਾ ਵੀ ਕੁਝ ਕਰਨਾ ਚਾਹੇ, ਕਰੇ ਕਰਾਏ ਆਪੇ ਆਪ ਮਾਨਸ ਕੇ ਕਿਸ ਨਾਹੀ ਹਾਥ। ਇਸ ਜੀਵ ਦੇ ਕੁਝ ਵੀ ਹੱਥ ਨਹੀਂ। ਜੋ ਕੁਝ ਹੋ ਰਿਹਾ ਹੈ ਪਰਮੇਸ਼ਰ ਦੇ ਹੁਕਮ ਵਿੱਚ ਹੋ ਰਿਹਾ ਹੈ। ਜਿਨ੍ਹਾਂ ਨੇ ਹੁਕਮ ਮੰਨਿਆ ਹੈ ਉਹਨਾਂ ਨੇ ਪਰਮੇਸ਼ਰ ਦੇ ਨਾਲ ਸਾਂਝ ਪਾ ਲਈ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕੰਮ ਹੱਲ ਪਾਏ ਸੀ। ਮਹਾਰਾਜ ਜੀ ਕਹੀ ਕਥਨ ਕਰਦੇ ਹਨ, ਤਜੀ ਸਿਆਣਪ ਬਲ ਬੁੱਧ ਵਿਕਾਰ। ਕਿ ਜਿਸ ਨੂੰ ਪਤਾ ਲੱਗ ਗਿਆ ਕਿ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ, ਇਸ ਕਰਕੇ ਆਪਣੀ ਸਿਆਣਪ, ਆਪਣੀ ਚਤੁਰਾਈ, ਦੇਹ ਦਾ ਬਲ, ਦੇਹ ਦਾ ਜ਼ੋਰ, ਬੁੱਧੀ ਅਤੇ ਵਿਕਾਰ, ਖੋਟੀ ਕਾਰ ਤਿਆਗਣਾ ਕਰ ਦਿੰਦੇ ਹਨ। ਜੋ ਸਮਝਦੇ ਹਨ ਕਿ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੁਝ ਵੀ ਹੋ ਨਹੀਂ ਸਕਦਾ, ਫਿਰ ਉਹ ਆਪਣੀ ਚਤੁਰਾਈ, ਦੇਹ ਦਾ ਬਲ, ਜ਼ੋਰ, ਬੁੱਧੀ ਦੀ, ਜੋ ਬੁੱਧੀ ਦੇ ਵਿੱਚ ਵਿਕਾਰ ਹੁੰਦੇ ਹਨ, ਕਾਮ ਕ੍ਰੋਧ ਆਦਿਕ ਹੁੰਦੇ ਹਨ, ਉਹਨਾਂ ਨੂੰ ਤਿਆਗਣਾ ਕਰਦੇ ਹਨ। ਮਹਾਰਾਜ ਜੀ ਸਮਝਾ ਰਹੇ ਹਨ ਕਿ ਦੁਨੀਆ ਦੀ ਸਿਆਣਪ, ਦੁਨੀਆ ਦੀ ਚਤੁਰਾਈ, ਵਿਸ਼ਿਆਂ ਦਾ ਬਲ, ਜ਼ੋਰ, ਚੰਚਲ ਬੁੱਧੀ ਦੀ ਸਿਆਣਪ ਅਤੇ ਵਿਕਾਰਾਂ ਨੂੰ ਛੱਡਣਾ ਕਰ ਆਪਣੀ ਬੁੱਧੀ ਦੀ ਸਿਆਣਪ ਅਤੇ ਵਿਕਾਰਾਂ ਦਾ ਜ਼ੋਰ ਪਾ ਕੇ ਮੰਦ ਕਰਮ ਕਰਨੇ ਸੀ, ਮੰਦੇ ਫੁਰਨੇ ਜੋ ਪੈਦਾ ਹੁੰਦੇ ਸੀ ਉਹਨਾਂ ਨੂੰ ਛੱਡਣਾ ਕਰੋ। ਪਦਾਰਥਾਂ ਨੂੰ ਇਕੱਠੇ ਕਰਨ ਦੀ ਸਿਆਣਪ, ਕਿਸੇ ਨੂੰ ਸਰੀਰ ਦੇ ਬਲ ਨਾਲ ਦਬਾਉਣਾ, ਬੁੱਧੀ ਦੀ ਚਤੁਰਾਈ ਅਤੇ ਵਿਕਾਰਾਂ ਨੂੰ ਛੱਡਣਾ ਕਰੋ। ਅਤੇ ਦਾਸ ਆਪਣੇ ਕੀ ਰਾਖਣਹਾਰ। ਉਹ ਵਾਹਿਗੁਰੂ ਆਪਣੇ ਦਾਸ, ਆਪਣੇ ਭਗਤ ਜਨਾਂ ਦੀ ਰਾਖਣਹਾਰ, ਰੱਖਿਆ ਕਰਨ ਵਾਲਾ ਹੈ। ਜਿਹੜੇ ਬੁੱਧੀ ਦੀ ਸਿਆਣਪ ਤੇ ਆਪਣੇ ਸਰੀਰ ਦਾ ਜ਼ੋਰ ਤੇ ਵਿਕਾਰ ਛੱਡ ਦਿੰਦਾ ਹੈ, ਉਹ ਵਾਹਿਗੁਰੂ ਆਪਣੇ ਭਗਤਾਂ ਦਾ, ਆਪਣੇ ਦਾਸਾਂ ਦਾ ਰਾਖਣਹਾਰਾ, ਰੱਖਿਆ ਕਰਨ ਵਾਲਾ ਹੈ। ਅਸੀਂ ਇਹ ਨਿਸ਼ਚਾ ਕੀਤਾ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ ਇਹ ਮਹਾਰਾਜ, ਤੁਸੀਂ ਆਪਣੇ ਦਾਸ, ਆਪਣੇ ਸੇਵਕਾਂ ਦੀ ਰੱਖਿਆ ਕਰਨ ਵਾਲੇ ਹੋ। ਜਪ ਮਨ ਮੇਰੇ ਰਾਮ ਰਾਮ ਰੰਗ। ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਇਹ ਭਾਈ, ਆਪਣੇ ਮਨਾਂ ਨੂੰ ਸਮਝਾਉਣਾ ਕਰੋ, ਕਿ ਮਨਾਂ ਨੂੰ ਆਖਣਾ ਕਰੋ, ਹੇ ਮੇਰੇ ਪਿਆਰੇ ਮਨਾ, ਰਮੇ ਹੋਏ ਪਰਮੇਸ਼ਰ ਦੇ ਪ੍ਰੇਮ ਰੰਗ ਨਾਲ ਪਰਮੇਸ਼ਰ ਦਾ ਜਾਪ ਜਪਣਾ ਕਰ। ਜਪ ਮਨ ਮੇਰੇ ਰਾਮ ਰਾਮ ਰੰਗ। ਕਿ ਹੇ ਮੇਰੇ ਪਿਆਰੇ ਮਨਾ, ਰਮੇ ਹੋਏ ਰਾਮ ਪਰਮੇਸ਼ਰ ਨੂੰ ਪ੍ਰੇਮ ਦੇ ਨਾਲ ਜਪਣਾ ਕਰ। ਘਰ ਬਾਹਰ ਤੇਰਾ ਸਦ ਸੰਗ ਰਹਾਉ। ਜੋ ਪਰਮੇਸ਼ਰ ਦਾ ਨਾਮ ਜਪਣਾ ਹੈ, ਜੋ ਤੇਰੇ ਘਰ, ਤੇਰੇ ਸਰੀਰ ਵਿੱਚ ਅਤੇ ਬਾਹਰ ਸੰਸਾਰ ਵਿੱਚ ਹਮੇਸ਼ਾ ਹੀ ਨਾਲ ਅੰਗ ਸੰਗ ਹੈ। ਘਰ ਬਾਹਰ ਤੇਰਾ ਸਦ ਸੰਗ। ਕਿ ਜੋ ਤੇਰਾ ਘਰ ਸਰੀਰ ਵਿੱਚ, ਬਾਹਰ ਸੰਸਾਰ ਵਿੱਚ ਹਮੇਸ਼ਾ ਹੀ ਨਾਲ ਹੈ। ਘਰ ਬਾਹਰ ਭਾਵ ਲੋਕ ਪਰਲੋਕ ਵਿੱਚ ਸਦਾ ਅੰਗ ਸੰਗ ਹੈ। ਉਸ ਰਮੇ ਹੋਏ ਪਰਮੇਸ਼ਰ ਦੇ ਪ੍ਰੇਮ ਨਾਲ
ਪਰਮੇਸ਼ਰ ਦੇ ਜਪ ਨੂੰ ਜਪਣਾ ਕਰ। ਤਿਸ ਕੀ ਟੇਕ ਮਨੈ ਮਹਿ ਰਾਖ। ਹੇ ਭਾਈ, ਤਿਸ ਉਸ ਵਾਹਿਗੁਰੂ ਦੀ ਓਟ ਮਨੈ ਮਹਿ ਰਾਖ, ਮਨ ਵਿੱਚ ਰੱਖਣਾ ਕਰ। ਤਿਸ ਕੀ ਟੇਕ ਮਨੈ ਮਹਿ ਰਾਖ। ਹੇ ਭਾਈ, ਉਸ ਵਾਹਿਗੁਰੂ ਦੀ ਟੇਕ, ਉਸ ਵਾਹਿਗੁਰੂ ਦੀ ਓਟ ਮਨੈ ਮਨ ਵਿੱਚ ਰੱਖਣਾ ਕਰ। ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ। ਜੋ ਸਤਿਗੁਰੂ ਸਾਹਿਬ ਜੀ ਦਾ ਸ਼ਬਦ ਹੈ, ਜੋ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਅੰਮ੍ਰਿਤ ਨਾਮ ਹੈ, ਉਸ ਨੂੰ ਪ੍ਰੇਮ ਨਾਲ ਚਖਣਾ ਕਰ, ਭਾਵ ਧਾਰਨ ਕਰ। ਆਵਰ ਜਤਨ ਕਹੋ ਕੌਣ ਕਾਜ। ਕਿ ਗੁਰੂ ਸਾਹਿਬ ਜੀ ਦੇ ਉਪਦੇਸ਼ ਅੰਮ੍ਰਿਤ ਨਾਮ ਤੋਂ ਬਿਨਾਂ, ਉਸ ਤੋਂ ਇਲਾਵਾ ਹੋਰ ਜਪ ਤਪ ਜਗ ਜੋਗ ਆਦਿਕ ਯਤਨ ਉਪਾਵ ਦੱਸਣਾ ਕਰ। ਕਿ ਜੋ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਅੰਮ੍ਰਿਤ ਦਾ ਨਾਮ ਹੈ, ਉਸ ਨੂੰ ਪ੍ਰੇਮ ਨਾਲ ਚਖਣਾ ਕਰ, ਭਾਵ ਧਾਰਨ ਕਰ। ਕਿ ਉਸ ਤੋਂ ਇਲਾਵਾ ਹੋਰ ਜਪ ਤਪ ਜਗ ਜੋਗ ਆਦਿਕ ਯਤਨ ਉਪਾਅ ਦੱਸਣਾ ਕਰਕੇ ਕਿਸ ਕੰਮ ਹਨ ਇਹ, ਭਾਵ ਜਿਹੜੇ ਹੋਰ ਜਪ ਤਪ ਹਨ, ਜਗ ਕਰਨੇ ਹਨ ਤੇ ਜੋਗ ਕਰਨੇ ਹਨ, ਇਹ ਕਿਸੇ ਕੰਮ ਨਹੀਂ ਆਉਣੇ। ਕਰ ਕਿਰਪਾ ਰਾਖੈ ਆਪ ਲਾਜ। ਉਹ ਵਾਹਿਗੁਰੂ ਆਪ ਮਿਹਰਬਾਨੀ ਕਰਕੇ ਤੇਰੀ ਲਾਜ ਰੱਖਣਗੇ। ਜੇ ਤੂੰ ਉਸ ਪਰਮੇਸ਼ਰ ਦੀ ਓਟ ਦੇ ਵਿੱਚ ਰਹਿਣਾ ਕਰੇਗਾ, ਉਸ ਦਾ ਸਹਾਰਾ ਲਏਗਾ, ਉਸ ਦਾ ਨਾਮ ਜਪੇਗਾ, ਫਿਰ ਉਹ ਵਾਹਿਗੁਰੂ ਆਪ ਮਿਹਰਬਾਨੀ ਕਰਕੇ ਤੇਰੀ ਲਾਜ ਰੱਖਣਾ ਕਰੇਗਾ। ਕਿਆ ਮਾਨੁਖ ਕਹੋ ਕਿਆ ਜੋਰ। ਮਹਾਰਾਜ ਜੀ ਕਹਿਣ ਲੱਗੇ, ਹੇ ਮਨੁੱਖ, ਹੇ ਮਨੁੱਖਾ, ਦੱਸਣਾ ਕਰ ਕਿ ਤੂੰ ਕੀ ਹੈ। ਕਿਆ ਮਨੁੱਖ ਕਹੋ ਕਿਆ ਜੋਰ। ਹੇ ਮਨੁੱਖਾ, ਕਹੋ ਦੱਸਣਾ ਕਰ ਕਿ ਤੂੰ ਕੀ ਹੈ ਅਤੇ ਤੇਰੇ ਵਿੱਚ ਕੀ ਬਲ ਹੈ, ਕੀ ਜੋਰ ਹੈ। ਭਾਵ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ। ਜਦੋਂ ਸਾਹ ਖਿੱਚ ਲਵੇ, ਜਦੋਂ ਪਰਮੇਸ਼ਰ ਇਸ ਮਨੁੱਖ ਦੇ ਸਵਾਸ ਖਿੱਚ ਲਵੇ, ਉਦੋਂ ਮੁਰਦਾ ਹੈ। ਪਰ ਝੂਠਾ ਮਾਇਆ ਕਾ ਸਭ ਸੋਰ। ਇਹ ਸਾਰਾ ਹੀ ਐਵੇਂ ਮਾਇਆ ਦਾ ਝੂਠਾ ਹੀ ਸ਼ੋਰ, ਝੂਠਾ ਹੀ ਰੌਲਾ ਪਾਇਆ ਹੋਇਆ ਹੈ। ਸਾਰਾ ਮਾਇਆ ਦਾ ਝੂਠਾ ਸ਼ੋਰ ਸ਼ਰਾਬਾ ਹੈ, ਇੱਥੇ ਕੁਝ ਵੀ ਨਹੀਂ। ਜਦੋਂ ਮਹਾਰਾਜ ਜੀ ਕਹਿਣ ਲੱਗੇ ਕਿ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ, ਜਦੋਂ ਉਹ ਪਰਮੇਸ਼ਰ ਸਵਾਸ ਖਿੱਚ ਲਵੇ ਉਦੋਂ ਮੁਰਦਾ ਹੋ ਜਾਂਦਾ ਹੈ। ਪਰ ਇੱਥੇ ਝੂਠਾ ਮਾਇਆ ਕਾ ਸਭ ਸ਼ੋਰ, ਇਹ ਸਾਰਾ ਜਿਹੜਾ ਐਵੇਂ ਮਾਇਆ ਦਾ ਝੂਠਾ ਸ਼ੋਰ, ਝੂਠਾ ਰੌਲਾ ਪਾਇਆ ਹੋਇਆ ਹੈ, ਸਾਰਾ ਮਾਇਆ ਦਾ ਹੀ ਝੂਠਾ ਸ਼ੋਰ ਸ਼ਰਾਬਾ ਹੈ। ਕਰਨ ਕਰਾਵਣ ਹਾਰ ਸੁਆਮੀ। ਭਗਤ ਜਨਾਂ ਦਾ ਇਹ ਨਿਸ਼ਚਾ ਹੈ ਕਿ ਉਹ ਸੁਆਮੀ, ਉਹ ਮਾਲਕ ਵਾਹਿਗੁਰੂ ਹੀ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਅਤੇ ਕਰਾਵਣਹਾਰ, ਕਰਾਉਣ ਵਾਲਾ ਪਰਮੇਸ਼ਰ ਆਪ ਹੀ ਹੈ। ਸਾਗਲ ਘਟਾਂ ਕੇ ਅੰਤਰਜਾਮੀ। ਉਹ ਸਾਗਲ ਸਾਰਿਆਂ ਦੇ ਘਟਾਂ ਹਿਰਦਿਆਂ ਦੀ ਅੰਤਰਜਾਮੀ, ਜਾਣਨ ਵਾਲਾ ਹੈ। ਸਾਗਲ ਘਟਾਂ ਕੇ ਅੰਤਰਜਾਮੀ, ਉਹ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ ਹੈ। ਸਾਗਲ ਘਟਾ ਕੇ ਅੰਤਰਜਾਮੀ, ਸਾਗਲ ਸਾਰੇ ਘਟਾਂ ਘਟਾਂ ਦੀ ਅੰਤਰਜਾਮੀ ਜਾਣਨ ਵਾਲਾ ਵਾਹਿਗੁਰੂ ਪਰਮੇਸ਼ਰ ਹੀ ਹੈ। ਸਰਬ ਸੁੱਖਾਂ ਸੁਖ ਸਾਚਾ ਇਹੋ। ਹੇ ਭਾਈ, ਸਰਬ ਸਾਰੇ ਸੁੱਖਾਂ ਵਿੱਚੋਂ ਸੱਚਾ ਸੁੱਖ ਤਾਂ ਇਹੋ ਹੀ ਹੈ ਕਿ ਗੁਰ ਉਪਦੇਸ਼ ਮਨੈ ਮਹਿ ਲੇਹੋ। ਕਿ ਹੇ ਭਾਈ, ਸਾਰੇ ਸੁੱਖਾਂ ਵਿੱਚੋਂ ਸੱਚਾ ਸੁੱਖ ਤਾਂ ਇਹ ਹੀ ਹੈ ਕਿ ਗੁਰ ਉਪਦੇਸ਼ ਮਨੈ ਮਹਿ ਲੇਹੋ। ਸਤਿਗੁਰੂ ਸਾਹਿਬ ਜੀ ਦੇ ਉਪਦੇਸ਼, ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨੂੰ
ਆਪਣੇ ਮਨ ਵਿੱਚ ਧਾਰਨ ਕਰ ਲਵੋ, ਤਾਂ ਹੀ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਇਹੀ ਸੁੱਖ ਹਨ ਜਾਂ ਕੋ RAM ਨਾਮ ਲਿਵ ਲਾਗੀ। ਹੈ ਭਾਈ, ਜਾਂ ਕੋ ਕਿ ਜਿਸ ਨੂੰ ਪਰਮੇਸ਼ਰ ਦੇ ਨਾਮ ਜਪਣ ਵਿੱਚ ਲਿਵ ਲੱਗੀ ਹੈ, ਪ੍ਰੀਤੀ ਲੱਗੀ ਹੈ, ਜਿਸ ਦੀ RAM ਦੇ ਨਾਮ ਜਪਣ ਵਿੱਚ ਬਿਰਤੀ ਲੱਗ ਗਈ ਹੈ, ਭਾਵ ਬਿਰਤੀ ਜੁੜ ਗਈ ਹੈ, ਕਹੋ ਨਾਨਕ ਸੋ ਧਨ ਬੜ ਭਾਗੀ। ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹ ਪੁਰਖ ਲੋਕ ਪਰਲੋਕ ਵਿੱਚ ਧਨਤਾ ਦੇ ਯੋਗ ਅਤੇ ਬਡਭਾਗੀ, ਵੱਡਿਆਂ ਭਾਗਾਂ ਵਾਲੇ ਹਨ। ਜਾਂ ਕੋ RAM ਨਾਮ ਲਿਵ ਲਾਗੀ, ਕਹੋ ਨਾਨਕ ਸੋ ਧਨ ਬੜ ਭਾਗੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜਿਸ ਨੂੰ ਪਰਮੇਸ਼ਰ ਦੇ ਨਾਮ ਜਪਣ ਵਿੱਚ ਲਿਵ ਲੱਗੀ ਹੈ, ਪ੍ਰੀਤੀ ਲੱਗੀ ਹੈ, ਜਿਸ ਦੀ RAM ਦੇ ਨਾਮ ਜਪਣ ਵਿੱਚ ਬਿਰਤੀ ਲੱਗ ਗਈ ਹੈ, ਭਾਵ ਜੁੜ ਗਈ ਹੈ, ਕਹੋ ਨਾਨਕ ਸੋ ਧਨ ਬੜ ਭਾਗੀ। ਸਤਿਗੁਰੂ ਜੀ ਕਹੋ ਕਹਿੰਦੇ ਹਨ ਕਿ ਉਹ ਪੁਰਖ ਲੋਕ ਪਰਲੋਕ ਵਿੱਚ ਧਨਤਾ ਦੇ ਯੋਗ ਅਤੇ ਬਡਭਾਗੀ, ਵੱਡਿਆਂ ਭਾਗਾਂ ਵਾਲੇ ਹਨ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਸੋਣ ਹਰ ਕਥਾ ਉਤਾਰੀ ਮੈਲ, ਮਹਾਪਨੀਤ ਭਏ ਸੁਖ ਸੈਲ। ਵੱਡਾ ਭਾਗ ਪਾਇਆ ਸਾਧ ਸੰਗ, ਪਾਰ ਬ੍ਰਹਮ ਸਿਉ ਲਾਗੋ ਰੰਗ। ਹਰ ਹਰ ਨਾਮ ਜਪਤ ਜਨ ਧਾਰਿਓ, ਆਗਨ ਸਾਗਰ ਗੁਰ ਪਾਰ ਉਤਾਰਿਓ। ਰਹਾਉ ਕਰ ਕੀਰਤਨ ਮਨ ਸੀਤਲ ਭਏ, ਜਨਮ ਜਨਮ ਕੇ ਕਿਲ ਵਿਖ ਗਏ। ਸਰਬ ਨਿਧਾਨ ਪੇਖੇ ਮਨ ਮਾਹੇ, ਆਪ ਢੂੰਡਨ ਕਾਹੇ ਕੋ ਜਾਹੇ। ਪ੍ਰਭ ਆਪਣੇ ਜਬ ਭਏ ਦਿਆਲਾ, ਪੂਰਨ ਹੋਈ ਸੇਵਕ ਕਾਲ। ਪ੍ਰਭ ਆਪਣੇ ਜਬ ਭਏ ਦਿਆਲ, ਪੂਰਨ ਹੋਈ ਸੇਵਕ ਕਾਲ। ਬੰਧਨ ਕਾਟ ਕੀਏ ਆਪਣੇ ਦਾਸ, ਸਿਮਰ 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 ਗੁਣਤਾਸ। ਏਕੋ ਮਨ ਏਕੋ ਸਭ ਠਾਏ, ਪੂਰਨ ਪੂਰ ਰਹਿਓ ਸਭ ਜਾਏ। ਗੁਰ ਪੂਰੈ ਸਭ ਭਰਮ ਚੁਕਾਇਆ, ਹਰ ਸਿਮਰਤ ਨਾਨਕ ਸੁਖ ਪਾਇਆ। ਗੁਰ ਪੂਰੈ ਸਭ ਭਰਮ ਚੁਕਾਇਆ, ਹਰ ਸਿਮਰਤ ਨਾਨਕ ਸੁਖ ਪਾਇਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਗੌੜੀ ਰਾਗ ਦੇ ਅੰਦਰ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੋਣ ਹਰ ਕਥਾ ਉਤਾਰੀ ਮੈਲ। ਮਹਾਰਾਜ ਜੀ ਸਮਝਾ ਰਹੇ ਹਨ ਕਿ ਹੇ ਭਾਈ, ਜਿਨ੍ਹਾਂ ਨੇ ਹਰ ਅਕਾਲ ਪੁਰਖ, ਹਰੀ ਅਕਾਲ ਪੁਰਖ ਦੀ ਕਥਾ ਨੂੰ ਸਰਦਾ ਤੇ ਭਰੋਸੇ ਰੂਪੀ ਕੰਨਾਂ ਨਾਲ ਸੁਣਿਆ ਹੈ। ਸੋਣ ਹਰ ਕਥਾ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਦੀ ਕਥਾ ਨੂੰ ਸਰਦਾ ਤੇ ਭਰੋਸੇ ਰੂਪੀ ਕੰਨਾਂ ਨਾਲ ਸੁਣਿਆ ਹੈ, ਉਤਾਰੀ ਮੈਲ। ਉਹਨਾਂ ਦੀ ਪਰਮੇਸ਼ਰ ਨੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਮੈਲ ਮਲੀਨਤਾ ਗੰਦਗੀ ਉਤਾਰ ਦਿੱਤੀ ਹੈ। ਸੋਣ ਹਰ ਕਥਾ ਉਤਾਰੀ ਮੈਲ, ਕਿ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਦੀ ਕਥਾ ਨੂੰ ਸਰਦਾ ਤੇ ਭਰੋਸੇ ਰੂਪੀ ਕੰਨਾਂ ਨਾਲ ਸੁਣਿਆ ਹੈ, ਉਹਨਾਂ ਦੀ ਪਰਮੇਸ਼ਰ ਨੇ ਉਤਾਰੀ ਮੈਲ, ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਮੈਲ ਮਲੀਨਤਾ ਗੰਦਗੀ ਉਤਾਰ ਦਿੱਤੀ ਹੈ। ਮਹਾਪਨੀਤ ਭਏ ਸੁਖ ਸੈਲ। ਉਹ ਮਹਾ ਵੱਡੇ, ਬਹੁਤ ਪਨੀਤ ਪਵਿੱਤਰ ਹੋ ਗਏ ਹਨ, ਜਿਨ੍ਹਾਂ ਨੇ
ਅਕਾਲ ਪੁਰਖ ਦੀ ਕਥਾ ਸਰਦਾ ਰੂਪੀ ਕੰਨਾਂ ਨਾਲ ਸੁਣੀ ਹੈ, ਉਹ ਵੱਡੇ ਬਹੁਤ ਪਨੀਤ ਪਵਿੱਤਰ ਹੋ ਗਏ ਹਨ ਅਤੇ ਸੁਖ ਸੈਲ, ਸੁਖ ਸਰੂਪ ਵਿੱਚ ਸੈਰ ਕਰਦੇ ਭਾਵ ਵਿਚਰਦੇ ਹਨ। ਉਹਨਾਂ ਨੂੰ ਸੈਲ ਪਹਾੜ ਦੀ ਨਿਆਈ ਬਹੁਤ ਭਾਰੀ ਅਚਲ ਸਰੂਪ ਸੁਖ ਦੀ ਪ੍ਰਾਪਤੀ ਹੋਈ ਹੈ। ਸੁਖ ਸਰੂਪ ਦੇ ਸੈਲ ਭਾਵ ਸਹਿਤ ਹੋ ਗਏ ਹਨ। ਵੱਡਾ ਭਾਗ ਪਾਇਆ ਸਾਧ ਸੰਗ, ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਨੇ ਸਾਧ ਸੰਗ, ਸਤ ਸੰਗਤ ਦੇ ਤਾਈਂ ਪ੍ਰਾਪਤ ਕੀਤਾ ਹੈ ਪਰਮੇਸ਼ਰ ਨੂੰ, ਕਿ ਪਾਰ ਬ੍ਰਹਮ ਸਿਉ ਲਾਗੋ ਰੰਗ। ਉਹਨਾਂ ਪੁਰਸ਼ਾਂ ਦਾ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਪ੍ਰੇਮ ਲੱਗ ਜਾਂਦਾ ਹੈ। ਵੱਡਾ ਭਾਗ ਪਾਇਆ ਸਾਧ ਸੰਗ, ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਨੇ ਸਤ ਸੰਗਤ ਦੇ ਤਾਈਂ ਪ੍ਰਾਪਤ ਕੀਤਾ ਹੈ ਪਾਰ ਬ੍ਰਹਮ ਸਿਉ ਲਾਗੋ ਰੰਗ। ਉਹਨਾਂ ਪੁਰਸ਼ਾਂ ਦਾ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਪ੍ਰੇਮ ਲੱਗ ਜਾਂਦਾ ਹੈ। ਹਰ ਹਰ ਨਾਮ ਜਪਤ ਮਨ ਤਾਰੇ, ਹਰ ਹਰ ਨਾਮ ਜਪਤ ਜਨ ਤਾਰਿਓ। ਜੋ ਹਰ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪਦੇ ਹਨ, ਜੋ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪਦੇ ਹਨ, ਉਹਨਾਂ ਭਗਤ ਜਨਾਂ ਨੂੰ ਵਾਹਿਗੁਰੂ ਨੇ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ ਹੈ। ਹਰ ਹਰ ਨਾਮ ਜਪਤ ਜਨ ਤਾਰਿਓ, ਕਿ ਜੋ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਹੈ, ਨਾਮ ਨੂੰ ਜਪਦੇ ਹਨ, ਉਹਨਾਂ ਭਗਤਾਂ ਨੂੰ ਵਾਹਿਗੁਰੂ ਨੇ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ ਹੈ ਅਤੇ ਆਗਨ ਸਾਗਰ ਗੁਰ ਪਾਰ ਉਤਾਰਿਓ, ਕਿ ਉਹਨਾਂ ਨੂੰ ਆਗਨ ਸਾਗਰ ਗੁਰ ਪਾਰ ਉਤਾਰਿਓ। ਆਗਨ ਤ੍ਰਿਸ਼ਨਾ, ਈਰਖਾ, ਕਾਲ, ਵਿਕਾਰਾਂ ਆਦਿਕ ਦੀ ਅਗਨ, ਅੱਗ ਨਾਲ ਭਰੇ ਹੋਏ ਸੰਸਾਰ ਸਮੁੰਦਰ ਤੋਂ ਸਤਿਗੁਰਾਂ ਨੇ ਪਾਰ ਉਤਾਰ ਦਿੱਤਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਉਚਾਰਨ ਕਰਦੇ ਹਨ, ਕਰ ਕੀਰਤਨ ਮਨ ਸੀਤਲ ਭਏ, ਜਨਮ ਜਨਮ ਕੇ ਕਿਲ ਵਿਖ ਗਏ। ਸਰਬ ਨਿਧਾਨ ਪੇਖੇ ਮਨ ਮਾਹੇ, ਅਬ ਢੂੰਡਨ ਕਾਹੇ ਕੋ ਜਾਹੇ। ਮਹਾਰਾਜ ਜੀ ਉਚਾਰਨ ਕਰਦੇ ਹਨ, ਕਰ ਕੀਰਤਨ ਮਨ ਸੀਤਲ ਭਏ। ਪਰਮੇਸ਼ਰ ਦਾ ਕੀਰਤਨ, ਪਰਮੇਸ਼ਰ ਦਾ ਜਸ ਕਰਨ ਨਾਲ ਜਿਨ੍ਹਾਂ ਦੇ ਮਨ, ਜਿਨ੍ਹਾਂ ਦੇ ਹਿਰਦੇ ਸੀਤਲ ਭਏ, ਠੰਡੇ ਹੋ ਗਏ ਹਨ। ਕਰ ਕੀਰਤਨ ਮਨ ਸੀਤਲ ਭਏ, ਕਿ ਪਰਮੇਸ਼ਰ ਦਾ ਕੀਰਤਨ, ਪਰਮੇਸ਼ਰ ਦਾ ਜਸ ਕਰਨ ਨਾਲ ਜਿਨ੍ਹਾਂ ਦੇ ਮਨ, ਜਿਨ੍ਹਾਂ ਦੇ ਹਿਰਦੇ ਸੀਤਲ ਹੋ ਗਏ ਹਨ, ਠੰਡੇ ਹੋ ਗਏ ਹਨ। ਜਨਮ ਜਨਮ ਕੇ ਕਿਲ ਵਿਖ ਗਏ, ਉਹਨਾਂ ਦੇ ਜਨਮਾਂ ਜਨਮਾਤਰਾਂ ਦੇ ਕਿਲ ਵਿਖ ਹੁੰਦਾ ਹੈ, ਪਾਪ ਚਲੇ ਗਏ ਹਨ, ਭਾਵ ਪਾਪ ਨਾਸ ਹੋ ਜਾਂਦੇ ਹਨ। ਸਰਬ ਨਿਧਾਨ ਪੇਖੇ ਮਨ ਮਾਹੇ, ਉਹ ਸਰਬ ਸਾਰੇ ਨਿਧੀਆਂ ਰੂਪੀ ਖਜ਼ਾਨੇ ਵਿੱਚੋਂ ਵੇਖਣਾ ਕਰਦੇ ਹਨ। ਸਰਬ ਨਿਧਾਨ ਪੇਖੇ ਮਨ ਮਾਹੇ, ਕਿ ਜਿਨ੍ਹਾਂ ਦੇ ਜਨਮਾਂ ਜਨਮਾਤਰਾਂ ਦੇ ਪਾਪ ਚਲੇ ਗਏ ਹਨ, ਨਾਸ ਹੋ ਗਏ ਹਨ, ਉਹ ਸਾਰੇ ਨਿਧੀਆਂ ਰੂਪ ਖਜ਼ਾਨੇ ਵਿੱਚੋਂ, ਨਿਧੀਆਂ ਰੂਪੀ ਖਜ਼ਾਨੇ ਮਨ ਵਿੱਚ ਹੀ ਵੇਖਣਾ ਕੀਤੇ ਹਨ, ਕਿ ਉਹਨਾਂ ਦੇ ਮਨ ਦੇ ਵਿੱਚ ਹੀ ਨਾਮ ਰੂਪੀ ਖਜ਼ਾਨੇ ਹਨ। ਨਬਦਾ ਰੂਪੀ ਭਗਤੀ ਗੁਣਾ ਰੂਪੀ ਖਜ਼ਾਨੇ ਦਾ ਮਾਲਕ ਵਾਹਿਗੁਰੂ ਮਨ ਦੇ ਵਿੱਚੋਂ ਹੀ ਵੇਖ ਲੈਂਦੇ ਹਨ, ਅੰਦਰੋਂ ਹੀ ਪਰਮੇਸ਼ਰ ਨੂੰ ਵੇਖ ਲੈਂਦੇ ਹਨ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਤੇ ਜਿਨ੍ਹਾਂ ਦੇ ਨਾਮ ਜਪਣ ਕਰਕੇ ਪਾਪ ਚਲੇ ਗਏ ਹਨ, ਨਾਸ ਹੋ ਗਏ ਹਨ, ਉਹਨਾਂ ਨੇ ਹਿਰਦੇ ਵਿੱਚੋਂ ਹੀ ਪਰਮੇਸ਼ਰ ਨੂੰ
ਵੇਖ ਲਿਆ ਹੈ। ਆਪ ਢੂੰਡਣ ਕਾਹੇ ਕੋ ਜਾਏ। ਫੇਰ ਹੁਣ ਢੂੰਡਣ ਹੁੰਦਾ ਭਾਲਣ ਲਈ ਹੋਰਨਾਂ ਕੋਲ, ਕਿਸ ਵਾਸਤੇ ਜਾਣਾ, ਕਿਉਂਕਿ ਉਹਨਾਂ ਨੂੰ ਸਾਰੇ ਖਜ਼ਾਨੇ ਅੰਦਰੋਂ ਹੀ ਪ੍ਰਗਟ ਹੋ ਗਏ ਹਨ। ਜਿਨ੍ਹਾਂ ਨੂੰ ਸਾਰੇ ਖਜ਼ਾਨੇ ਹਿਰਦੇ ਵਿੱਚੋਂ ਪ੍ਰਾਪਤ ਹੋ ਜਾਂਦੇ ਹਨ, ਉਹ ਫਿਰ ਪਰਮੇਸ਼ਰ ਨੂੰ ਢੂੰਡਣ ਵਾਸਤੇ ਹੋਰ ਕਿਸੇ ਪਾਸੇ ਨਹੀਂ ਜਾਣਾ ਕਰਦੇ। ਪ੍ਰਭ ਆਪਣੇ ਜਬ ਭਏ ਦਿਆਲ। ਜਦੋਂ ਪ੍ਰਭ ਪਰਮੇਸ਼ਰ ਆਪਣੇ ਸੇਵਕਾਂ ਉੱਪਰ ਦਿਆਲੂ ਹੋਏ ਹਨ, ਪੂਰਨ ਹੋਏ ਸੇਵਕ ਘਾਲ, ਉਸ ਵੇਲੇ ਸੇਵਕ ਦਾਸਾਂ ਦੀ ਜੋ ਘਾਲ ਕਮਾਈ ਕੀਤੀ ਹੋਈ ਸੀ, ਉਹ ਸਾਰੀ ਪੂਰੀ ਹੋ ਜਾਂਦੀ ਹੈ। ਬੰਧਨ ਕਾਟ ਕੀਏ ਆਪਣੇ ਦਾਸ। ਉਹਨਾਂ ਦੇ ਹਉਮੈ ਦੇ, ਜੰਮਣ ਮਰਨ ਆਦਿਕ ਦੇ ਬੰਧਨ ਕੱਟ ਕੇ ਆਪਣੇ ਦਾਸ, ਆਪਣੇ ਸੇਵਕ ਬਣਾਉਣਾ ਕੀਤਾ ਹੈ। ਜਿਨ੍ਹਾਂ ਉੱਪਰ ਪਰਮੇਸ਼ਰ ਦਿਆਲੂ ਹੋਏ ਹਨ ਕਿ ਉਸ ਦਾਸਾਂ ਦੀ, ਉਸ ਸੇਵਕਾਂ ਦੀ ਜਿਹੜੀ ਕਮਾਈ ਕੀਤੀ ਹੋਈ ਜਦ ਪੂਰੀ ਹੋ ਜਾਂਦੀ ਹੈ, ਫਿਰ ਉਹਨਾਂ ਦੇ ਹਉਮੈ ਦੇ, ਜੰਮਣ ਮਰਨ ਦੇ ਬੰਧਨ ਕੱਟ ਕੇ ਆਪਣੇ ਸੇਵਕ ਬਣਾਉਣਾ ਕੀਤਾ ਹੈ ਪਰਮੇਸ਼ਰ ਨੇ। ਸਿਮਰ 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 ਗੁਣਤਾਸ। ਉਹ ਭਗਤ ਸਿਮਰ ਸਿਮਰਨ ਜੋਗ, ਪਰਮੇਸ਼ਰ ਨੂੰ ਸਿਮਰ ਸਿਮਰ ਯਾਦ ਕਰ ਕਰਕੇ ਗੁਣਤਾਸ, ਸ਼ੁਭ ਗੁਣਾਂ ਦੇ ਪਾਤਰ, ਸ਼ੁਭ ਗੁਣਾਂ ਦੇ ਹਿੱਸੇਦਾਰ, ਖਜ਼ਾਨੇਦਾਰ ਬਣ ਜਾਂਦੇ ਹਨ। ਹੇ ਭਾਈ, ਉਸ ਗੁਣਤਾਸ, ਗੁਣਾਂ ਦੇ ਖਜ਼ਾਨੇ ਪਰਮੇਸ਼ਰ ਨੂੰ ਮਨ ਵਾਣੀ ਸਰੀਰ ਕਰਕੇ ਸਿਮਰਨਾ ਕਰ, ਯਾਦ ਕਰ। ਏਕੋ ਮਨ ਏਕੋ ਸਭ ਠਾਏ। ਏਕੋ ਮਨ ਏਕੋ ਸਭ ਠਾਏ। ਏਕੋ ਅਦਵੈਤ ਬ੍ਰਹਮ ਦਾ ਮਨ ਹੁੰਦਾ ਮੰਨਣ ਨਾਲ ਸਾਰੀਆਂ ਜਗ੍ਹਾ, ਸਾਰੀਆਂ ਥਾਵਾਂ ਵਿੱਚ ਅਦਵੈਤ ਸਰੂਪ ਪਰਮੇਸ਼ਰ ਹੀ ਦਿਸਦਾ ਹੈ। ਏਕੋ ਮਨ ਏਕੋ ਸਭ ਠਾਏ, ਕਿ ਇੱਕ ਪਰਮੇਸ਼ਰ ਨੂੰ ਮੰਨਣ ਦੇ ਨਾਲ ਹਰ ਥਾਂ ਪਰਮੇਸ਼ਰ ਹੀ ਦਿਸਦਾ ਹੈ, ਪਰਮੇਸ਼ਰ ਹੀ ਚੇਤੇ ਰਹਿੰਦਾ ਹੈ। ਇੱਕੋ ਪਰਮੇਸ਼ਰ ਹੀ ਮਨ ਵਿੱਚ ਰਹਿੰਦਾ ਹੈ ਤੇ ਸਾਰੀਆਂ ਥਾਵਾਂ ਤੇ ਵੀ ਇੱਕੋ ਪਰਮੇਸ਼ਰ ਹੀ ਹੈ। ਏਕੋ ਹੈ ਭਾਈ, ਏਕੋ ਹੈ ਸਤਿਗੁਰ ਮੇਰਾ, ਏਕੋ ਹੈ। ਫਿਰ ਇੱਕ ਨੂੰ ਮੰਨਣ ਲੱਗ ਜਾਂਦਾ ਹੈ। ਪੂਰਨ ਪੂਰਹਿਓ ਸਭ ਜਾਏ। ਲੋਕ ਪ੍ਰਲੋਕ, ਬ੍ਰਹਮ ਲੋਕ, ਪਾਤਾਲ ਲੋਕ ਆਦਿ ਸਾਰੇ ਬ੍ਰਹਮੰਡ ਦੀ ਜਾਏ ਜਗ੍ਹਾ ਵਿੱਚ ਉਹ ਪੂਰਨ ਮੁਕੰਮਲ ਪਰਮੇਸ਼ਰ ਪ੍ਰਕਾਸ਼ ਦੀ ਨਿਆਈ ਵਿਆਪਕ ਹੋ ਰਿਹਾ ਹੈ। ਜੋ ਇੱਕ ਪਰਮੇਸ਼ਰ ਹੈ, ਉਹ ਲੋਕ ਪ੍ਰਲੋਕ, ਬ੍ਰਹਮ ਲੋਕ, ਪਾਤਾਲ ਲੋਕ ਆਦਿਕ ਸਾਰੇ ਬ੍ਰਹਮੰਡਾਂ ਦੀ ਜਗ੍ਹਾ ਵਿੱਚ ਉਹ ਪਰਮੇਸ਼ਰ ਮੁਕੰਮਲ ਪ੍ਰਕਾਸ਼ ਦੀ ਨਿਆਈ ਵਿਆਪਕ ਹੋ ਰਿਹਾ ਹੈ। ਗੁਰਪੂਰੈ ਸਭ ਭਰਮ ਚੁਕਾਇਆ। ਪੂਰਨ ਸਤਿਗੁਰੂ ਸਾਹਿਬ ਜੀ ਨੇ, ਮਹਾਰਾਜ ਜੀ ਕਹਿਣ ਲੱਗੇ, ਸਾਡੇ ਅੰਦਰੋਂ ਸਾਰਾ ਭਰਮ ਚੁੱਕ ਦਿੱਤਾ ਹੈ ਅਤੇ ਹਰ ਸਿਮਰਤ ਨਾਨਕ ਸੁਖ ਪਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਇਸ ਪ੍ਰਕਾਰ ਅਕਾਲ ਪੁਰਖ ਦਾ ਸਿਮਰਨ ਕਰਕੇ ਆਤਮਿਕ ਸੁਖ ਪਾਉਣਾ ਕੀਤਾ ਹੈ। ਸਤਿਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸਾਡੇ ਅੰਦਰੋਂ ਸਾਰਾ ਭਰਮ ਚੁਕਾ ਦਿੱਤਾ ਹੈ ਅਤੇ ਹਰ ਸਿਮਰਤ ਨਾਨਕ ਸੁਖ ਪਾਇਆ। ਮਹਾਰਾਜ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਅਕਾਲ ਪੁਰਖ ਦਾ ਸਿਮਰਨ ਕਰਕੇ ਆਤਮਿਕ ਸੁਖ, ਅੰਦਰ ਦਾ ਸੁਖ ਪਾਉਣਾ ਕੀਤਾ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਅਗਲੇ ਮੂਏ ਕੇ ਪਾਛੈ ਪਰੇ, ਜੋ ਉਬਰੇ ਸੇ ਬੰਦ ਲੱਕ ਖਰੇ। ਜਿਹ ਧੰਦੇ ਮਹਿ ਓਇ ਲਪਟਾਏ, ਉਨ ਤੇ ਦੁਗਣ ਦਿੜੀ ਉਨ ਮਾਏ। ਉਹ ਵੇਲਾ ਕਸ ਚੀਤ ਨਾ ਆਵੈ,
ਬਿਨ ਸਜਾਏ ਤਾਹੂ ਲਪਟਾਵੈ ਰਹਾਉ। ਆਸਾ ਬੰਦੀ ਮੂਰਖ ਦੇਹ, ਕਾਮ ਕ੍ਰੋਧ ਲਪਟਿਓ ਅਸਨੇਹ। ਸਿਰ ਉਪਰ ਠਾਂਡੋ ਧਰਮ ਰਾਏ, ਮੀਠੀ ਕਰ ਕਰ ਵਿਖਿਆ ਖਾਏ। ਹਉ ਬੰਧੋ ਹਉ ਸਾਧੋ ਵੈਰ, ਹਮਰੀ ਭ੍ਰਮ ਕੌਣ ਘਾਲੈ ਪੈਰ। ਹਉ ਪੰਡਤ ਹਉ ਚਤਰ ਸਿਆਣਾ, ਕਰਣੈ ਹਾਰ ਨਾ ਬੁਝੈ ਬਿਗਾਨਾ। ਆਪਣੀ ਗਤ ਮਿਤ ਆਪੇ ਜਾਣੈ, ਕਿਆ ਕੋ ਕਹੈ ਕਿ ਆਖ ਬਖਾਨੈ। ਜਿਤ ਜਿਤ ਲਾਵੇ ਤਿਤ ਤਿਤ ਲਗਨਾ, ਆਪਣਾ ਭਲਾ ਸਭ ਕਾਹੂ ਮੰਗਣਾ। ਸਭ ਕਿਸ ਤੇਰਾ ਤੂੰ ਕਰਣੈ ਹਾਰ, ਅੰਤ ਨਾਹੀ ਕਿਸ ਪਾਰਾਵਾਰ। ਦਾਸ ਆਪਣੇ ਕੋ ਦੀਜੈ ਦਾਨ, ਕਬਹੂ ਨਾ ਬਿਸਰੈ ਨਾਨਕ ਨਾਮ। ਦਾਸ ਆਪਣੇ ਕੋ ਦੀਜੈ ਦਾਨ, ਕਬਹੂ ਨਾ ਬਿਸਰੈ ਨਾਨਕ ਨਾਮ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਤਾਰ ਦੇ ਨਾਲ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੌੜੀ ਰਾਗ ਦੇ ਅੰਦਰ ਮਹਾਰਾਜ ਜੀ ਉਚਾਰਨ ਕਰਦੇ ਹਨ, ਅਗਲੇ ਮੂਏ ਸੇ ਪਾਛੈ ਪਰੇ, ਕਿ ਹੇ ਭਾਈ ਜਿਹੜੇ ਅਗਲੇ ਅੱਗੇ ਭਾਵ ਪਹਿਲਾਂ ਪਿਤਾ ਪਿਤਾਮਾ ਆਦਿਕ ਮਰੇ ਸਨ, ਉਹ ਤਾਂ ਪਿੱਛੇ ਪੈ ਗਏ ਹਨ। ਅਗਲੇ ਮੂਏ ਸੇ ਪਾਛੈ ਪਰੇ, ਜਿਹੜੇ ਅਗਲੇ ਅੱਗੇ ਭਾਵ ਪਹਿਲਾਂ ਪਿਤਾ ਪਿਤਾਮਾ ਆਦਿਕ ਮਾਰੇ ਸਨ, ਉਹ ਤਾਂ ਪਾਛੈ ਪਰੇ ਪਿੱਛੇ ਪੈ ਗਏ, ਭਾਵ ਉਹਨਾਂ ਦਾ ਚੇਤਾ ਹੀ ਭੁਲਾ ਦਿੱਤਾ ਹੈ ਕਿ ਹੁਣ ਉਹਨਾਂ ਦਾ ਕੀ ਨਾਮ ਲੈਣਾ ਹੈ ਜਿਹੜੇ ਮਰ ਗਏ ਹਨ। ਜੋ ਉਬਰੇ ਸੇ ਬੰਦ ਲੱਕ ਖਰੇ, ਜੋ ਜਿਹੜੇ ਉਬਰੇ ਬਚੇ ਹੋਏ ਹਨ ਉਹ ਲੱਕ ਉਹ ਕਮਰ ਬੰਨ ਕੇ ਖਰੇ ਖੜੇ ਹਨ। ਭਾਵ ਕਹਿੰਦੇ ਹਨ ਕਿ ਸਾਡੇ ਦਾਦੇ ਪੜਦਾਦੇ ਮਾਇਆ ਨਹੀਂ ਕਮਾ ਸਕੇ, ਅਸੀਂ ਉਹਨਾਂ ਨਾਲੋਂ ਵੱਧ ਮਾਇਆ ਕਮਾ ਦਿਆਂਗੇ। ਸੰਸਾਰ ਦੇ ਵਿੱਚ ਇਹ ਨਵੀਂ ਪੀੜ੍ਹੀ ਨੂੰ ਚੇਤਾ ਆਉਂਦਾ ਹੈ ਕਿ ਪੁਰਾਣੇ ਬੰਦੇ ਪੁਰਾਣੇ ਜ਼ਮਾਨੇ ਦੇ ਸਨ, ਇਹਨਾਂ ਨੂੰ ਕੀ ਪਤਾ ਹੈ, ਅਸੀਂ ਹੁਣ ਮਾਇਆ ਕਮਾ ਕੇ ਦਿਖਾਵਾਂਗੇ। ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਬੜੇ ਹੀ ਵਿਸਤਾਰ ਨਾਲ ਸਮਝਾਉਣਾ ਕੀਤਾ ਹੈ ਕਿ ਅਗਲੇ ਮੂਏ ਸੇ ਪਾਛੈ ਪਰੇ, ਜੋ ਉਬਰੇ ਸੋ ਬੰਦ ਲੱਕ ਖਰੇ। ਮਹਾਰਾਜ ਜੀ ਕਹਿਣ ਲੱਗੇ ਜਿਹੜੇ ਅੱਗੇ ਭਾਵ ਪਹਿਲਾਂ ਪਿਤਾ ਪਿਤਾਮਾ ਆਦਿਕ ਮਰੇ ਸਨ, ਉਹ ਤਾਂ ਪਿੱਛੇ ਪੈ ਗਏ, ਭਾਵ ਉਹਨਾਂ ਦਾ ਚੇਤਾ ਹੀ ਭੁਲਾ ਦਿੱਤਾ ਹੈ ਕਿ ਹੁਣ ਉਹਨਾਂ ਦਾ ਕੀ ਨਾਮ ਲੈਣਾ ਹੈ। ਜੋ ਉਬਰੇ ਸੇ ਬੰਦ ਲੱਕ ਖਰੇ, ਜੋ ਜਿਹੜੇ ਉਬਰੇ ਬਚੇ ਹੋਏ ਹਨ ਉਹ ਲੱਕ ਉਹ ਕਮਰ ਬੰਨ ਕਰਕੇ ਖਰੇ ਖੜੇ ਹਨ। ਭਾਵ ਕਹਿੰਦੇ ਹਨ ਕਿ ਸਾਡੇ ਪੜਦਾਦੇ ਦਾਦੇ ਮਾਇਆ ਨਹੀਂ ਕਮਾ ਸਕੇ, ਅਸੀਂ ਉਹਨਾਂ ਨਾਲੋਂ ਵੱਧ ਕਮਾ ਕੇ ਦਿਖਾਵਾਂਗੇ। ਜਿਹੇ ਧੰਦੇ ਮੈਂ ਉਹ ਲਪਟਾਏ, ਜਿਹੇ ਜਿਸ ਧੰਦੇ ਬਿਹਾਰਾਂ ਵਿੱਚ ਉਹ ਲਪਟਾਏ ਫਸੇ ਹੋਏ ਸਨ, ਉਨ ਤੇ ਦੋਗਣ ਦਿੜੀ ਉਨਮਾਏ, ਕਿ ਉਹਨਾਂ ਨਾਲੋਂ ਦੁੱਗਣ ਦੋ ਗੁਣਾ ਵੱਧ ਭਾਵ ਦੂਣੀ ਮਾਇਆ ਉਹਨਾਂ ਇਕੱਤਰ ਕਰਨੀ ਦ੍ਰਿੜ ਕੀਤੀ ਹੈ ਕਿ ਅਸੀਂ ਹੁਣ ਉਹਨਾਂ ਨਾਲੋਂ ਪਹਿਲਾਂ ਵਾਲਿਆਂ ਨਾਲੋਂ ਦੁੱਗਣੀ ਮਾਇਆ ਇਕੱਠੀ ਕਰਾਂਗੇ। ਉਹ ਵੇਲਾ ਕਸ ਚੀਤ ਨਾ ਆਵੇ। ਮਹਾਰਾਜ ਜੀ ਕਹਿਣ ਲੱਗੇ ਇਸ ਜੀਵ ਦੇ ਤਾਈਂ ਉਹ ਅੰਤ ਦਾ ਵੇਲਾ ਅੰਤ ਦਾ ਸਮਾਂ ਕੁਝ ਚਿੱਤ ਵਿੱਚ ਨਹੀਂ ਆਉਂਦਾ। ਬਿਨ ਸਜਾਏ ਤਾਹੂ ਲਪਟਾਏ,
ਜਿਹੜੇ ਮਾਇਕੀ ਪਦਾਰਥ ਨਾਸ ਹੋ ਜਾਣ ਵਾਲੇ ਹਨ, ਜਿਨ੍ਹਾਂ ਪਦਾਰਥਾਂ ਵੱਲੋਂ ਨਾਸ ਹੋ ਕੇ ਚਲੇ ਜਾਂਦਾ ਹੈ, ਤਾਹੂ ਲਪਟਾਏ ਉਹਨਾਂ ਪਦਾਰਥਾਂ ਉਹਨਾਂ ਸੰਬੰਧੀਆਂ ਵਿੱਚ ਲਪਟਾਏ ਫਸਿਆ ਰਹਿੰਦਾ ਹੈ। ਰਹਾਉ ਆਸਾ ਬੰਦੀ ਮੂਰਖ ਦੇਹ, ਇਹ ਮੂਰਖ ਜੀਵ ਨੇ ਨਾਸਵੰਤ ਸੰਸਾਰ ਵਿੱਚ ਆਪਣੀ ਦੇਹੀ ਦੀ ਸਦਾ ਸਥਿਰਤਾ ਰੂਪ ਉਮੀਦ ਬੰਨੀ ਹੋਈ ਹੈ ਕਿ ਮੈਂ ਸਦਾ ਹੀ ਰਹਿਣਾ ਹੈ। ਆਸਾ ਬੰਦੀ ਮੂਰਖ ਦੇ, ਇਸ ਮੂਰਖ ਜੀਵ ਨੇ ਨਾਸਵੰਤ ਸੰਸਾਰ ਵਿੱਚ ਆਪਣੀ ਦੇਹ ਦੀ ਸਦਾ ਸਥਿਰਤਾ ਰੂਪ ਆਸਾ ਉਮੀਦ ਬੰਨੀ ਹੋਈ ਹੈ ਕਿ ਮੈਂ ਇੱਥੇ ਸਦਾ ਹੀ ਰਹਿਣਾ ਹੈ। ਆਸਾ ਆਸ ਕਰੇ ਸਭ ਕੋਈ, ਹੁਕਮੈ ਬੂਝੈ ਨਿਰਾਸਾ ਹੋਈ। ਮਹਾਰਾਜ ਜੀ ਕਥਨ ਕਰਦੇ ਹਨ, ਕਾਮ ਕ੍ਰੋਧ ਲਪਟਿਓ ਅਸਨੇਹ, ਕਾਮ ਵਾਸ਼ਨਾ ਅਤੇ ਕ੍ਰੋਧ ਗੁੱਸੇ ਵਿੱਚ ਅਤੇ ਸੰਬੰਧੀਆਂ ਦੇ ਅਸਨੇਹ ਪ੍ਰੇਮ ਵਿੱਚ ਲਪਟਿਆ ਹੋਇਆ ਹੈ। ਕਾਮ ਵਾਸ਼ਨਾ, ਗੁੱਸੇ ਅਤੇ ਸੰਬੰਧੀਆਂ ਦੇ ਪ੍ਰੇਮ ਵਿੱਚ ਇਹ ਜੀਵ ਲਪਟਿਆ ਹੋਇਆ ਹੈ, ਫਸਿਆ ਹੋਇਆ ਹੈ। ਅਸਨੇਹ ਐਸਾ ਮੋਹਿਆ ਹੋਇਆ ਹੈ ਕਿ ਸਿਰ ਉੱਪਰ ਠਾਂਡੋ ਧਰਮ ਰਾਏ, ਇਸ ਦੇ ਸਿਰ ਉੱਪਰ ਧਰਮ ਰਾਜਾ ਭਾਵ ਜਮਦੂਤ ਖੜਾ ਹੈ। ਸਿਰ ਉੱਪਰ ਠਾਂਡੋ ਧਰਮ ਰਾਏ, ਇਸ ਦੇ ਸਿਰ ਉੱਪਰ ਧਰਮ ਰਾਏ, ਧਰਮ ਰਾਜਾ ਭਾਵ ਜਮਦੂਤ ਠਾਂਡੋ ਹੁੰਦਾ ਖੜਾ ਹੈ। ਮਿੱਠੀ ਕਰ ਕਰ ਵਿਖਿਆ ਖਾਏ, ਪਰ ਇਹ ਵਿਖਿਆ ਜ਼ਹਿਰ ਰੂਪ ਮਾਇਆ ਨੂੰ ਮਿੱਠੀ ਮੰਨ ਕਰਕੇ ਖਾਣਾ ਕਰ ਰਿਹਾ ਹੈ। ਵਿਖਿਆ ਵਿਸ਼ਿਆਂ ਨੂੰ ਭੋਗਣ ਵਿੱਚ ਲੱਗਿਆ ਹੋਇਆ ਹੈ। ਹਉ ਬੰਦੋ ਹਉ ਸਾਧੂ ਵੈਰ, ਹਉ ਬੰਦੋ ਹੋ ਸਾਧੂ ਵੈਰ। ਫਿਰ ਹੰਕਾਰ ਵਿੱਚ ਕਹਿੰਦਾ ਹੈ ਕਿ ਮੈਂ ਜੋ ਚਾਹਾਂ ਤਾਂ ਕਿਸੇ ਨੂੰ ਵੀ ਬੰਨ ਲਵਾਂ, ਕੈਦ ਕਰ ਲਵਾਂ। ਹਉ ਬੰਦੋ, ਫਿਰ ਇਹ ਹੰਕਾਰ ਕਰਦਾ ਹੈ ਕਿ ਹਉ ਮੈਂ ਜੇ ਚਾਹਾਂ ਤਾਂ ਕਿਸੇ ਨੂੰ ਵੀ ਬੰਨ ਲਵਾਂ, ਕੈਦ ਕਰ ਲਵਾਂ। ਅਤੇ ਹਉ ਸਾਧੋ ਵੈਰ, ਅਤੇ ਹਉ ਮੈਂ ਹੀ ਆਪਣੇ ਵੱਡਿਆਂ ਦਾ ਵੈਰ ਭਾਵ ਬਦਲਾ ਸਾਧ ਸਕਦਾ ਹਾਂ, ਭਾਵ ਆਪਣਾ ਵੈਰ ਲੈ ਸਕਦਾ ਹਾਂ। ਹਮਰੀ ਭੂਮ ਕੌਣ ਘਾਲੈ ਪੈਰ, ਮਾਣ ਕਰਦਾ ਹੈ ਕਿ ਹਮਰੀ ਮੇਰੀ ਭੂਮ ਭਾਵ ਮੇਰੀ ਜ਼ਮੀਨ ਵਿੱਚ ਕਿਹੜਾ ਪੈਰ, ਕਿਹੜਾ ਕਦਮ ਘਾਲੈ ਪਾਉਂਦਾ ਹੈ, ਪਾ ਸਕਦਾ ਹੈ। ਹਮਰੀ ਭੂਮ ਕੌਣ ਘਾਲੈ ਪੈਰ, ਇਹ ਬੜਾ ਮਾਣ ਕਰਦਾ ਹੈ ਕਿ ਮੇਰੀ ਜ਼ਮੀਨ ਵਿੱਚ ਕਿਹੜਾ ਪੈਰ ਪਾ ਸਕਦਾ ਹੈ। ਹਉ ਪੰਡਤ ਹਉ ਚਤਰ ਸਿਆਣਾ, ਕਿ ਕਹਿੰਦਾ ਹੈ ਮੈਂ ਵਿਦਿਆ ਪੜ੍ਹਿਆ ਹੋਇਆ ਪੰਡਤ ਵਿਦਵਾਨ ਹਾਂ। ਮੈਂ ਹੀ ਦੁਨੀਆ ਵਿੱਚ ਚਰਚਾ ਕਰਨ ਵਿੱਚ ਚਤਰ ਸਿਆਣਾ, ਚਤਰ ਚਲਾਕ ਹਾਂ ਅਤੇ ਵਿਹਾਰਾਂ ਵਿੱਚ, ਸ਼ਾਸਤਰ ਗਿਆਨ ਵਿੱਚ ਸੁਜਾਨ ਸਿਆਣਾ ਹਾਂ। ਕਰਨਾ ਹਾਰਨਾ ਬੂਝੈ ਬੇਗਾਨਾ, ਇਸ ਪ੍ਰਕਾਰ ਬੇਗਾਨਾ ਬਿਨਾਂ ਗਿਆਨ ਤੋਂ ਹੋ ਕੇ ਸਾਰੇ ਬ੍ਰਹਿਮੰਡ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਨੂੰ ਜਾਣਦਾ ਹੀ ਨਹੀਂ। ਕਰਨਾ ਹਾਰ ਨਾ ਬੁਝੈ ਬੇਗਾਨਾ, ਇਸ ਪ੍ਰਕਾਰ ਬੇਗਾਨਾ ਬਿਨਾਂ ਗਿਆਨ ਤੋਂ ਬੇਗਿਆਤ ਹੋ ਕੇ ਸਾਰੇ ਬ੍ਰਹਿਮੰਡ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਨੂੰ ਜਾਣਦਾ ਹੀ ਨਹੀਂ ਹੈ। ਆਪਣੀ ਗਤ ਮਿਤ ਆਪੇ ਜਾਣੈ, ਵਾਹਿਗੁਰੂ ਆਪਣੀ ਗਤ ਪ੍ਰਾਪਤੀ ਦੀ ਮਿਤ ਮਰਜ਼ਾਦਾ ਨੂੰ ਆਪ ਹੀ ਜਾਣਦਾ ਹੈ। ਆਪਣੀ ਗਤ ਮਿਤ ਆਪੇ ਜਾਣੈ, ਕਿ ਪਰਮੇਸ਼ਰ ਆਪਣੀ ਪ੍ਰਾਪਤੀ ਦੀ ਮਰਜ਼ਾਦਾ ਨੂੰ ਆਪ ਹੀ ਜਾਣਦਾ ਹੈ। ਕਿਆ ਕੋ ਕਹਿ ਕਿ ਆਖ ਬਖਾਨੈ, ਕਿਆ ਕੋ ਕਹਿ ਕਿ ਆਖ ਬਖਾਨੈ, ਕਿ ਕੀ ਕੋਈ ਅੱਗੇ ਨੂੰ ਸ਼ਾਸਤਰ ਨਾਲ ਕਹੇਗਾ ਕਿ ਹੁਣ ਵਰਤਮਾਨ ਸਮੇਂ ਵਿੱਚ ਵੀ ਅਖਾਣਾ ਪ੍ਰਾਣਾ ਦੁਆਰਾ
ਕੀ ਕੋਈ ਕਹਿ ਕੇ ਕਥਨ ਕਰ ਸਕਦਾ ਹੈ? ਕੀ ਕੋਈ ਵਰਤਮਾਨ ਸਮੇਂ ਵਿੱਚ ਹੁਣ ਕਹੇ? ਕੀ ਕੋਈ ਭਵਿੱਖ ਦੇ ਸਮੇਂ ਨੂੰ ਕਹਿ ਕੇ ਕਥਨ ਕਰੇਗਾ? ਜਿਤ ਜਿਤ ਲਾਵੇ ਤਿਤ ਤਿਤ ਲੱਗਣਾ। हे ਮਹਾਰਾਜ, ਜੀਵਾਂ ਦੀ ਕਰਨੀ ਅਨੁਸਾਰ ਜਿਤ ਜਿਤ ਜਿਸ ਜਿਸ ਪਾਸੇ ਲਾਉਣਾ ਕਰਦੇ ਹੋ, ਤਿਤ ਤਿਤ ਲੱਗਣਾ, ਕਿ ਉਸ ਪਾਸੇ ਜੀਵਾਂ ਨੇ ਲੱਗਣਾ ਕੀਤਾ ਹੈ। ਜਿਤ ਜਿਤ ਲਾਵੇ ਤਿਤ ਤਿਤ ਲੱਗਣਾ। हे ਮਹਾਰਾਜ, ਜੀਵਾਂ ਦੀ ਕਰਨੀ ਅਨੁਸਾਰ ਜਿਸ ਜਿਸ ਪਾਸੇ ਲਾਉਣਾ ਕਰਦੇ ਹੋ, ਉਸ ਪਾਸੇ ਜੀਵਾਂ ਨੇ ਲੱਗਣਾ ਕੀਤਾ ਹੈ। ਆਪਣਾ ਭਲਾ ਸਭ ਕਾਹੂ ਮੰਗਣਾ। ਆਪਣਾ ਭਲਾ ਸਭ ਕਾਹੂ ਮੰਗਣਾ। ਆਪਣਾ ਭਲਾ ਸੁੱਖ ਤਾਂ ਸਭ ਕਿਸੇ ਨੇ ਹੀ ਮੰਗਣਾ ਕੀਤਾ ਹੈ, ਪਰ ਸਭ ਕਿਸ ਤੇਰਾ ਤੂੰ ਕਰਨਾ ਹਾਰ। हे ਮਹਾਰਾਜ, ਸਾਰਾ ਕੁਝ ਤੁਹਾਡਾ ਹੀ ਹੈ ਅਤੇ ਤੁਸੀਂ ਹੀ ਜਗਤ ਨੂੰ ਪੈਦਾ ਕਰਨ ਵਾਲੇ ਹੋ। ਅੰਤ ਨਹੀਂ ਕਿਸ ਪਾਰਾਵਾਰ। ਤੁਹਾਡੇ ਪਾਰਾਵਾਰ ਪਾਰ ਉਰਾਰ ਹੱਦ ਦਾ ਲੋਕ ਪਰਲੋਕ ਕਰਕੇ ਕੁਝ ਥੋੜੇ ਮਾਤਰ ਵੀ ਕਿਸੇ ਦੇ ਕੋਲੋਂ ਅੰਤ ਨਹੀਂ ਪਾਇਆ ਜਾਂਦਾ। ਦਾਸ ਆਪਣੇ ਕੋ ਦੀਜੈ ਦਾਨ। हे ਮਹਾਰਾਜ, ਸਾਨੂੰ ਆਪਣੇ ਦਾਸਾਂ ਆਪਣੇ ਸੇਵਕਾਂ ਨੂੰ ਅੰਮ੍ਰਿਤ ਨਾਮ ਦਾ ਦਾਨ ਦੇਣਾ ਕਰੋ। ਕਬ ਹੂੰ ਨਾ ਬਿਸਰੈ ਨਾਨਕ ਨਾਮ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ हे ਮਹਾਰਾਜ, ਤੁਹਾਡਾ ਅੰਮ੍ਰਿਤ ਨਾਮ ਸਾਨੂੰ ਕਦੇ ਵੀ ਭੁੱਲੇ ਨਾ ਤੇ ਚੇਤੇ ਹੀ ਰਹੇ। ਦਾਸ ਆਪਣੇ ਕੋ ਦੀਜੈ ਦਾਨ, ਕਬ ਹੂੰ ਨਾ ਬਿਸਰੈ ਨਾਨਕ ਨਾਮ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, हे ਮਹਾਰਾਜ, ਸਾਨੂੰ ਆਪਣੇ ਸੇਵਕਾਂ ਨੂੰ ਅੰਮ੍ਰਿਤ ਨਾਮ ਦਾ ਦਾਨ ਦੇਣਾ ਕਰੋ। ਸਤਿਗੁਰੂ ਜੀ ਕਹਿੰਦੇ ਹਨ ਕਿ हे ਮਹਾਰਾਜ, ਤੁਹਾਡਾ ਅੰਮ੍ਰਿਤ ਨਾਮ ਸਾਨੂੰ ਕਦੇ ਵੀ ਭੁੱਲੇ ਨਾ। ਮਹਾਰਾਜ ਜੀ ਨੇ ਬੜੇ ਹੀ ਅਪਾਰ ਰਹਿਮਤ ਕਿਰਪਾ ਕੀਤੀ ਹੈ ਕਿ ਗੁਰਬਾਣੀ ਦੀ ਵਿਚਾਰ ਹੋਈ। ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਹੋਈਆਂ ਭੁੱਲਾਂ ਦੀ ਖਿਮਾ। ਆਓ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਸਹਿਜ ਪਾਠ ਦੇ ਭੋਗ ਪੈ ਰਹੇ ਹਨ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ